ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, तेते अवगुण हमारे। दया कर किस मेहर पावो, डूब दे पत्थर तारे। सतनाम श्री वाहेगुरु साहिब जी। सलोक कबीरा, मरता मरता जग मुआ, मर पे ना जाने कोई। ऐसी मरनी जो मरे, बहुर ना मरना होए। कबीरा मरता मरता जग मुआ, मर पे ना जाने कोई। ऐसी मरनी जो मरे, बहुर ना मरना होए। महला तीजा। क्या जाना कि मरेंगे, कैसा मरना होए। जी कर साहिब मन हो ना विसरै, तां सहला मरना होए। मरण ते जगत डरै, जीव्या लोड़ै सब कोय। गुर प्रसादी जीवत मरै, हुक्म बूझै सोए। नानक ऐसी मरनी जो मरै, तां सद जीवन होए। पौड़ी। जा आप कृपाल होवै हर स्वामी, तां अपना नाम हर आप जपावै। आपे सतगुर मेल सुख देवै, अपना सेवक आप हर पावै। अपने सेवका की आप पैज रखै, अपने भगता की पैरी पावै। धर्म राय है हर का किया, हर जन सेवक नेड़ ना आवे। जो हर का प्यारा
सो सबना का प्यारा होर कीती झाख झाख आवे जावे जो हर का प्यारा सो सबना का प्यारा होर कीती झाख झाख आवे जावे वाहिगुरु जी का खालसा वाहिगुरु जी की फतेह। वाहिगुरु साहिब जी। एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद। हर सिमरत मन तन सुखी बिनसी दुतिया सोच नानक टेक गोपाल की गोविंद संकट मोच। बाणी गुरु गुरु है बाणी विच बाणी अमृत सारे। गुर बाणी कह सेवक जन मानै परतख गुरु निस्तारे। कोट पराध हमारे खंडह अनक विधि समझावहो। हम अज्ञान अल्प मत थोरी तुम आपन बिरद रखावहो। हम अज्ञान अल्प मत थोरी तुम आपन बिरद रखावहो। जुगो जुग अटल सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਮੁਖ ਪਿਆਰੇ ਸਤ ਸੰਗੀ ਜਨੋ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਹਜ਼ੂਰੀ ਅੰਦਰ ਜੁੜ ਬੈਠਣ ਦਾ ਸਾਨੂੰ ਸੁਭਾਗ ਨਸੀਬ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਰਹਿਮਤ ਕਰਨ, ਮਨੁੱਖਤਾ ਦੇ ਭਲੇ ਲਈ ਹਜ਼ੂਰ ਗਰੀਬ ਨਵਾਜ ਸਤਿਗੁਰੂ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚੋਂ ਅੱਜ ਦਾ ਅੰਮ੍ਰਿਤਮਈ ਪਵਿੱਤਰ ਉਪਦੇਸ਼ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਇਹ ਅੰਮ੍ਰਿਤਮਈ ਪਾਵਨ ਪਵਿੱਤਰ ਉਪਦੇਸ਼ ਬਿਹਾਗੜਾ ਰਾਗ ਦੀ ਵਾਰ ਦੇ ਵਿੱਚ, ਜਿਸ ਦੀਆਂ ਸਾਰੀਆਂ ਹੀ ਪੌੜੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਅਤੇ ਉਸ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਸ਼ਬਦ ਉਪਦੇਸ਼, ਇਹ ਅੱਜ ਦੇ ਇਸ ਪਵਿੱਤਰ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚੋਂ ਆਏ ਹੋਏ ਇਸ ਸ਼ਬਦ ਨੂੰ ਆਪ ਜੀ ਨੇ ਸਰਵਣ ਕੀਤਾ ਹੈ।
आओ सतगुरु सच्चे पातशाह जी बख्शिश करन। ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਇਸ ਅੰਮ੍ਰਿਤਮਈ ਵਾਰ ਨੂੰ, ਪੌੜੀਆਂ ਨੂੰ ਸਮਝਾਉਣ ਦੇ ਵਾਸਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਤਰਤੀਬ ਦਿੱਤੀ, ਉਸ ਦੇ ਮੁਤਾਬਕ ਜੋ ਸ਼ਲੋਕ ਵਿੱਚ ਐਡ ਕੀਤੇ ਨੇ, ਉਹਨਾਂ ਦੇ ਵਿੱਚੋਂ ਅੱਜ ਦੇ ਇਸ ਪੌੜੀ ਦੀ ਆਰੰਭਤਾ ਦਾ ਸ਼ਲੋਕ ਹੈ, ਕਬੀਰਾ ਮਰਤਾ ਮਰਤਾ ਜਗ ਮੂਆ, ਮਰ ਭੇ ਨਾ ਜਾਣੈ ਕੋਇ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਜਦੋਂ ਆਪਾਂ ਭਗਤ ਕਬੀਰ ਜੀ ਦੇ ਸ਼ਲੋਕ ਪੜ੍ਹਾਂਗੇ, ਉਹਨਾਂ ਦੇ ਵਿੱਚੋਂ ਵੀ 29ਵਾਂ ਸ਼ਲੋਕ ਭਗਤ ਕਬੀਰ ਜੀ ਦਾ ਹੈ। ਕਬੀਰ, ਇੱਥੇ ਸ਼ਬਦ ਕਬੀਰਾ ਵਰਤਿਆ ਹੈ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੀ, ਇੱਥੇ ਸ਼ਬਦ ਭੇ ਹੈ। ਭੀ ਨਾ ਜਾਣਿਆ ਕੋਏ, ਇੱਥੇ ਸ਼ਬਦ ਹੈ ਜਾਣੈ। ਮੈਂ ਕਈ ਵਾਰ ਸੋਚਦਾ, ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਸਤਿਗੁਰੂ ਜੀ ਦੀ ਬੜੀ ਬਖਸ਼ਿਸ਼ ਰਹਿਮਤ ਹੈ ਕਿ ਜਿਹੜੇ ਜਿਹੜੇ ਥਾਵਾਂ ਤੇ ਵੀ ਰੱਬ ਦੇ ਨਾਲ ਜੁੜੇ ਹੋਏ ਪ੍ਰਮਾਤਮਾ ਦੇ ਪਿਆਰੇ ਰਹਿੰਦੇ ਸਨ, ਉਹਨਾਂ ਥਾਵਾਂ ਤੇ ਆਪ ਗਏ ਨੇ। ਉਹਨਾਂ ਨੇ ਜੋ ਰਚਨਾਵਾਂ, ਜੋ ਰੱਬੀ ਇਲਹਾਮ ਉਹਨਾਂ ਨੂੰ ਹੋਇਆ, ਉਹ ਬਾਣੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਇਕੱਠੀ ਕੀਤੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਮਹਾਂਪੁਰਖਾਂ ਦੀ ਬਾਣੀ ਅਤੇ ਆਪਣੀ ਬਾਣੀ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਬਖਸ਼ਿਸ਼ ਕੀਤੀ, ਉਹ ਨਾਲ ਹੀ ਉਹਨਾਂ ਦੇ ਹਵਾਲੇ ਕੀਤੀ। ਕਾਹਦੇ ਲਈ ਹਵਾਲੇ ਕੀਤੀ? ਇਸ ਨੂੰ ਪੜ੍ਹਿਓ, ਉਸ ਦੇ ਮੁਤਾਬਕ ਫਿਰ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉਸ ਗੁਰਬਾਣੀ ਨੂੰ ਪੜ੍ਹਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਬਾਕੀ ਦੇ ਮਹਾਂਪੁਰਖਾਂ ਦੀ ਬਾਣੀ ਸੀ, ਗੁਰੂ ਅੰਗਦ ਸਾਹਿਬ ਜੀ ਨੇ ਆਪਣੀ ਬਾਣੀ ਵੀ ਨਾਲ ਰਚ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਪੁਰਦ ਕੀਤੀ। ਉਹੀ ਬਾਣੀ ਧੰਨ ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਆਪ ਪੜ੍ਹੀ ਹੈ। ਜਿੱਥੇ ਵਿਚਾਰ ਸਪਸ਼ਟ ਨਹੀਂ ਹੋ ਪੜ੍ਹਨ ਵਾਲਿਆਂ ਨੂੰ ਜਾਂ ਸੁਣਨ ਵਾਲਿਆਂ ਦੀ ਸਮਝ ਵਿੱਚ ਸਪਸ਼ਟ ਨਹੀਂ ਆ ਰਹੀ, ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵਿਚਾਰ ਨੂੰ ਖੋਲ੍ਹਿਆ ਹੈ। ਇਹ ਮਨੌਤ ਲੈ ਕੇ ਚੱਲਣਾ ਕਿ ਗੁਰੂ ਅਰਜਨ ਸਾਹਿਬ ਜੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾ ਰਹੇ ਸਨ, ਉਸ ਵਕਤ ਭਗਤ ਆਏ, ਉਹਨਾਂ ਨੇ ਆਪਣੀ ਬਾਣੀ ਦਰਜ ਕਰਵਾਈ। ਮੈਂ ਬੇਨਤੀ ਕਰਾਂ ਫਿਰ ਜਿਹੜੇ ਐਸੇ ਸਤਿਗੁਰੂ ਪਿਤਾ ਜੀ ਦੇ ਅੰਮ੍ਰਿਤਮਈ ਸ਼ਬਦ ਨੇ, ਉਹਨਾਂ ਸ਼ਬਦਾਂ ਨੂੰ ਵਿਚਾਰਨ ਦੀ ਸਾਨੂੰ ਲੋੜ ਪਵੇਗੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਗਤ ਕਬੀਰ ਜੀ ਦਾ ਸ਼ਲੋਕ ਪੜ੍ਹਿਆ ਹੈ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ। ਐਸੇ ਮਰਨੇ ਜੋ ਮਰੈ, ਬਹੁਰ ਨਾ ਮਰਨਾ ਹੋਏ। ਭਗਤ ਕਬੀਰ ਜੀ ਇਹ ਸੱਚ ਕਹਿ ਰਹੇ ਨੇ, ਪਰ ਕਿਹੜੀ ਮੌਤ ਦੀ ਗੱਲ ਕੀਤੀ ਹੈ, ਇਹ ਵੀ ਸਾਨੂੰ ਸਮਝ ਵਿੱਚ ਆ ਜਾਵੇ। ਕਿਉਂਕਿ ਸਾਡੀ ਸੋਚ, ਸਾਡੀ ਬੁੱਧੀ ਤੇ ਇੱਥੋਂ ਤੱਕ ਸੀਮਤ ਹੈ, ਸਰੀਰ ਦੀ ਮੌਤ ਨੂੰ ਮੌਤ ਕਿਹਾ ਗਿਆ ਹੈ। ਮੈਂ ਬੇਨਤੀ ਕਰਾਂ, ਜਿਨ੍ਹਾਂ ਨੂੰ ਸੱਚ ਦੀ, ਜਿਨ੍ਹਾਂ ਨੂੰ ਗੁਰਮਤ ਦੀ, ਜਿਨ੍ਹਾਂ ਨੂੰ ਸਿਧਾਂਤ ਦੀ ਸਮਝ ਆ ਗਈ, ਹਕੀਕਤ ਦੀ ਸਮਝ ਆ ਗਈ, ਉਹ ਸਰੀਰ ਦੀ ਮੌਤ ਨੂੰ ਕਦੇ ਮੌਤ ਸਮਝ ਕੇ ਉੱਥੇ ਰੁਕਦੇ ਨਹੀਂ ਜਾਂ ਉਸ ਤੋਂ ਭੈ ਭੀਤ ਨਹੀਂ ਹੁੰਦੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ, ਗੁਰੂ ਸਾਹਿਬ ਕਹਿੰਦੇ ਨੇ ਮਰਨ ਲਿਖਾਏ ਮੰਡਲ ਮਹਿ ਆਏ। ਉਹਨਾਂ ਨੂੰ ਪਤਾ ਲੱਗ ਗਿਆ ਸਰੀਰ ਦਾ ਨਾਸ਼ ਹੋਣਾ ਇਹ ਸੱਚ ਹੈ, ਇਹ ਹਕੀਕਤ ਹੈ। ngਣ ਘਾਲੇ ਸਭ ਦਿਵਸ ਸਾਸ, ਨਹਿ ਬੜਨ ਘਟਣ ਤਿਲ ਸਾਰ। ਉਹ ਤੇ ਇਹ ਗੱਲ ਆਪਣੇ ਮਨ ਨੂੰ ਸਮਝਾਉਂਦੇ ਨੇ, ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਉਹਨਾਂ ਨੂੰ ਸਮਝ ਆ ਗਈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਜੋ ਪੈਦਾ ਹੋਇਆ ਉਹਨੇ ਨਾਸ਼ ਹੋਣਾ ਹੈ। ਇਹ ਕਰਤੇ ਦੀ ਕੁਦਰਤ ਦਾ ਇੱਕ ਨਿਯਮ ਹੈ। ਜਿਹੜੀ ਚੀਜ਼ ਅੱਜ ਦਿਖਾਈ ਦੇ ਰਹੀ ਹੈ, ਪਹਿਲਾਂ ਨਹੀਂ ਸੀ ਦਿਖਾਈ ਦੇਂਦੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਨਹੀਂ ਦਿਖਾਈ ਦੇਵੇਗੀ।
ਇਹ ਨਿਯਮ ਹੈ ਕੁਦਰਤ ਦਾ। ਕੁਦਰਤ ਦਾ ਨਿਯਮ ਹੈ ਪੈਦਾ ਕਰਨਾ, ਪਾਲਣਾ, ਫਿਰ ਸਮੇਟਣਾ। ਇਹ ਨਿਯਮ ਹੈ, ਇਹਦੇ ਵਿੱਚ ਤਬਦੀਲੀ ਨਹੀਂ ਆ ਸਕਦੀ। ਜਿਹੜਾ ਇਸ ਗੱਲ ਨੂੰ ਸਮਝ ਗਿਆ, ਜਿਸ ਨੂੰ ਇਸ ਗੱਲ ਦੀ ਸਮਝ ਆ ਗਈ ਕਰਤੇ ਦੀ ਕੁਦਰਤ ਕਦੇ ਬਦਲਦੀ ਨਹੀਂ, ਉਹ ਸਰੀਰਕ ਮੌਤ ਤੋਂ ਕਦੇ ਡਰਦਾ ਨਹੀਂ, ਫਿਰ ਦੌੜਦਾ ਨਹੀਂ। ਸਤਿਗੁਰੂ ਜੀ ਬਖਸ਼ਿਸ਼ ਕਰਨ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿਤੇ ਮੇਰੇ ਜ਼ਮੀਰ ਦੀ ਮੌਤ ਨਾ ਹੋ ਜਾਵੇ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਮੇਰੇ ਜੀਵਨ ਵਿੱਚੋਂ ਸਿਧਾਂਤ ਦੀ ਮੌਤ ਨਾ ਹੋ ਜਾਵੇ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਮੇਰੇ ਜੀਵਨ ਵਿੱਚੋਂ ਕਿਤੇ ਸਿੱਖੀ ਦੀ ਮੌਤ ਨਾ ਹੋ ਜਾਵੇ। ਸਰੀਰ ਦਾ ਮਰਨਾ ਤੇ ਮਾਲਕ ਦੇ ਹੱਥ ਦੇ ਵਿੱਚ ਹੈ। ਜਿਵੇਂ ਮਾਲਕ ਨੇ ਮੁਕਰਰ ਕੀਤਾ ਹੈ, ਉਸੇ ਤਰੀਕੇ ਦੇ ਨਾਲ ਮਨੁੱਖ ਨੇ ਸਵਾਸਾਂ ਦੀ ਪੂੰਜੀ ਭੋਗ ਕੇ ਸੰਸਾਰ ਤੋਂ ਕੂਚ ਕਰ ਜਾਣਾ ਹੈ। ਪਰ ਜੇ ਕਿਤੇ ਮੇਰੇ ਜੀਵਨ ਦੇ ਵਿੱਚੋਂ ਸਿੱਖੀ ਖਤਮ ਹੋ ਗਈ, ਸਮਝ ਲੈਣਾ ਸਿੱਖ ਖਤਮ ਹੋ ਗਿਆ ਹੈ, ਜ਼ਮੀਰ ਖਤਮ ਹੋ ਗਈ, ਸੱਚ ਦਾ ਸਿਧਾਂਤ ਖਤਮ ਹੋ ਗਿਆ, ਜੀਵਨ ਖਤਮ। ਸਤਿਗੁਰੂ ਬਖਸ਼ਿਸ਼ ਕਰਨ, ਇਹ ਵਿਚਾਰ ਖੋਲ੍ਹਣ ਵਾਸਤੇ ਗੁਰੂ ਸਾਹਿਬ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਗਤ ਕਬੀਰ ਜੀ ਦੇ ਸ਼ਲੋਕ ਨੂੰ ਖੋਲ੍ਹਿਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਤੋਂ ਅਗਲੇ ਮਹੱਲਾ ਤੀਜਾ ਵਿੱਚ ਫਿਰ ਆਪਣਾ ਸਿਧਾਂਤ ਵੀ ਸਾਨੂੰ ਦ੍ਰਿੜ ਕਰਵਾਇਆ। ਸਾਡਾ ਦੁਖਾਂਤ, ਅਸੀਂ ਗੁਰਬਾਣੀ ਨੂੰ ਕਦੇ ਪੜ੍ਹਦੇ ਨਹੀਂ, ਵਿਚਾਰਦੇ ਨਹੀਂ ਤੇ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਮੈਂ ਕਈ ਵਾਰ ਸੋਚਦਾ, ਦੇਖੋ ਮਾਲਕ ਦੀ ਜਿਨ੍ਹਾਂ ਨੇ ਵਿਚਾਰ ਨੂੰ ਸਮਝਿਆ, ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਸਨ, ਉਹ ਕਿੱਥੋਂ ਤੱਕ ਉਹਨਾਂ ਦੇ ਜੀਵਨ ਚਲੇ ਗਏ ਸੀ। ਦਮਦਮਾ ਸਾਹਿਬ ਦੀ ਧਰਤੀ ਤੇ ਗੁਰਸਿੱਖ ਇੱਕ ਬੰਦੂਕ ਲੈ ਕੇ ਆਇਆ। ਸਤਿਗੁਰੂ ਜੀ, ਆਹ ਬੰਦੂਕ ਮੈਂ ਤੁਹਾਡੇ ਅੱਗੇ ਭੇਟਾ ਕਰਨੀ ਚਾਹੁੰਦਾ ਹਾਂ। ਤੇ ਦਮਦਮਾ ਸਾਹਿਬ ਦੀ ਧਰਤੀ ਤੇ ਇੱਕ ਚੌਧਰੀ ਰਹਿੰਦਾ ਹੈ, ਬੜਾ ਨਾਮਵਰ, ਜਿਸ ਦਾ ਨਾਮ ਭਾਈ ਡੱਲਾ ਕਰਕੇ ਇਤਿਹਾਸ ਵਿੱਚ ਲਿਖਿਆ ਹੈ, ਜਿਹੜਾ ਗੁਰੂ ਸਾਹਿਬ ਜੀ ਨੂੰ ਆਪਣੇ ਤਾਕਤ ਦੇ ਹੰਕਾਰ ਦੀਆਂ ਗੱਲਾਂ ਦਾ ਪ੍ਰਗਟਾਵਾ ਕਰ ਰਿਹਾ ਸੀ ਗੁਰੂ ਸਾਹਿਬ ਜੀ ਦੇ ਅੱਗੇ। ਗੁਰੂ ਜੀ, ਕਿਤੇ ਤੁਸੀਂ ਮੈਨੂੰ ਸੰਦੇਸ਼ਾ ਭੇਜਿਆ ਹੁੰਦਾ, ਚਮਕੌਰ ਦੀ ਗੜੀ ਵਿੱਚ ਤੁਹਾਡੇ ਸਿੱਖ ਕਦੇ ਨਾ ਸ਼ਹੀਦ ਹੋਣ ਦਿੰਦਾ, ਮੇਰੀ ਫੌਜ ਦੰਦ ਖੱਟੇ ਕਰ ਦਿੰਦੀ ਦੁਸ਼ਮਣ ਦੇ। ਮੈਨੂੰ ਤੁਸੀਂ ਸੰਦੇਸ਼ਾ ਭੇਜਿਆ ਹੁੰਦਾ, ਤੁਹਾਨੂੰ ਅਨੰਦਪੁਰ ਸਾਹਿਬ ਦੇ ਵਿੱਚ ਇਸ ਤਰੀਕੇ ਨਾਲ ਨਾ ਦੁੱਖ ਝੱਲਣੇ ਪੈਂਦੇ, ਮੇਰੀ ਫੌਜ ਚੜ੍ਹ ਕੇ ਆਏ ਹੋਏ ਸਾਰੇ ਦੁਸ਼ਮਣਾਂ ਨੂੰ ਉਥੋਂ ਦੌੜਾ ਦਿੰਦੀ, ਖਾਤਮਾ ਕਰ ਦਿੰਦੀ ਉਹਨਾਂ ਦਾ। ਮੇਰੇ ਕੋਲ ਐਸੇ ਐਸੇ ਬੜੀ ਸੂਰਮੇ ਨੇ। ਸਵੱਬ ਐਸਾ ਬਣਿਆ ਹੈ, ਜਦੋਂ ਬੰਦੂਕ ਆਈ, ਹਜ਼ੂਰ ਜੀ ਕਹਿਣ ਲੱਗੇ, ਚੌਧਰੀ ਆਪਣੇ ਕਿਸੇ ਆਦਮੀ ਨੂੰ ਆਵਾਜ਼ ਦੇ, ਅਸੀਂ ਇਸ ਬੰਦੂਕ ਦੀ ਮਾਰ ਪਰਖਣੀ ਚਾਹੁੰਦੇ ਹਾਂ। ਇਹ ਕਿੱਡੀ ਕੁ ਦੂਰ ਤੱਕ ਮਨੁੱਖ ਖੜਾ ਹੋਵੇ ਤੇ ਉਹਦੀ ਛਾਤੀ ਚੋਂ ਪਾਰ ਲੰਘ ਸਕਦੀ ਇਹਦੀ ਗੋਲੀ। ਕਿਸੇ ਆਦਮੀ ਨੂੰ ਭੇਜ ਸਾਡੇ ਸਾਹਮਣੇ ਖੜਾ ਹੋਵੇ, ਅਸੀਂ ਦੇਖਣਾ ਚਾਹੁੰਦੇ ਬੰਦੂਕ ਦੀ ਮਾਰ ਕਿੰਨੀ ਕੁ ਜ਼ਬਰਦਸਤ ਹੈ। ਹੁਣ ਜਿਨ੍ਹਾਂ ਨੂੰ ਸਮਝ ਹੀ ਨਹੀਂ ਸੀ ਕਿ ਮੌਤ ਕਿਹਨੂੰ ਕਹਿੰਦੇ ਨੇ, ਡੱਲੇ ਚੌਧਰੀ ਦਾ ਇੱਕ ਵੀ ਬੰਦਾ ਸਾਹਮਣੇ ਨਹੀਂ ਆਇਆ। ਹੋਰ ਤੇ ਹੋਰ ਆਪਣੇ ਵਿੱਚ ਵੀ ਇੰਨੀ ਹਿੰਮਤ ਨਹੀਂ ਪਈ ਕਿ ਸਾਹਮਣੇ ਖੜਾ ਹੋ ਕੇ ਕਹਾਂ, ਗੁਰੂ ਜੀ ਮੇਰੀ ਛਾਤੀ ਹਾਜ਼ਰ ਹੈ। ਕਿਉਂ? ਕਿਉਂਕਿ ਮੌਤ ਦੀ ਸਮਝ ਨਹੀਂ ਪਈ। ਸਤਿਗੁਰੂ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ ਹੈ, ਪਿਤਾ ਪੁੱਤਰ ਇੱਕ ਘੋੜਿਆਂ ਦੀ ਲਿੱਦ ਸਾਫ਼ ਕਰ ਰਿਹਾ ਤੇ ਦੂਸਰਾ ਸਿਰ ਦੇ ਉੱਪਰ ਦਸਤਾਰਾ ਬੰਨ੍ਹ ਰਿਹਾ ਹੈ। ਦੌੜਦੇ ਹੋਏ ਆਏ ਨੇ ਭਾਈ ਵੀਰ ਸਿੰਘ, ਭਾਈ ਧੀਰ ਸਿੰਘ, ਇੱਕ ਦੂਜੇ ਤੋਂ ਅੱਗੇ ਵੱਧ ਕੇ ਆਉਂਦੇ ਨੇ। ਇੱਕ ਕਹਿੰਦਾ ਮੈਂ ਪਹਿਲਾਂ ਗੁਰੂ ਜੀ ਦੀ ਆਵਾਜ਼ ਸੁਣੀ ਹੈ, ਦੂਸਰਾ ਕਹਿੰਦਾ ਪਹਿਲਾਂ ਮੈਨੂੰ ਸੁਣਾਈ ਦਿੱਤੀ ਹੈ ਗੁਰੂ ਜੀ ਦੀ ਆਵਾਜ਼। ਗੁਰੂ ਜੀ ਮੇਰੀ ਛਾਤੀ ਤੁਹਾਡੇ ਅੱਗੇ ਜੇ ਨਿਸ਼ਾਨਾ ਪਰਖਣਾ, ਗੋਲੀ ਪਰਖਣੀ ਚਾਹੁੰਦੇ ਜੇ, ਮੇਰੀ ਛਾਤੀ ਦੇ ਵਿੱਚ ਪਰਖੋ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਚੌਧਰੀ ਇਹੋ ਜਿਹੇ ਮੇਰੇ ਗੁਰਸਿੱਖ ਸੀ ਚਮਕੌਰ ਦੀ ਗੜੀ ਦੇ ਵਿੱਚ, ਇਹੋ ਜਿਹੇ ਮੇਰੇ ਗੁਰਸਿੱਖ ਸੀ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਮੇਰੇ ਨਾਲ ਨਿਭੇ ਹੈ। ਉਹ ਸਰੀਰਾਂ ਨਾਲ ਮੋਹ ਕਰਨ ਵਾਲੇ, ਸਰੀਰਕ ਮੌਤ ਦਾ ਨਾਂ ਸੁਣਦਿਆਂ ਭੈ ਭੀਤ ਹੋਣ ਵਾਲੇ ਨਹੀਂ। ਇਹਨਾਂ ਨੂੰ ਪਤਾ ਹੈ ਕਿ ਜੇ ਕਿਤੇ ਸਰੀਰ ਗੁਰੂ ਦੇ ਲੇਖੇ ਲੱਗ ਜਾਣ ਤੇ ਇਹੋ ਜਿਹਾ ਪਵਿੱਤਰ ਜੀਵਨ ਦੁਬਾਰਾ ਨਸੀਬ ਕਦੇ ਨਹੀਂ ਹੋਣਾ। ਸਾਡਾ ਦੁਖਾਂਤ ਸਾਨੂੰ ਮੌਤ ਦੀ ਸਮਝ ਨਹੀਂ ਆਈ। ਜਿਨ੍ਹਾਂ ਨੂੰ ਮੌਤ ਦੀ ਸਮਝ ਆਈ ਉਹ ਫਿਰ ਕਦੇ ਸਰੀਰਕ ਮੌਤ ਤੋਂ ਨਹੀਂ ਜੇ ਡਰਦੇ। ਪਿਆਰਿਓ, ਮੈਂ ਕਈ ਵਾਰ ਹੈਰਾਨ ਹੁੰਨਾ, ਚਮਕੌਰ ਦੀ ਗੜੀ ਤੇ ਗੜੀ ਦੇ ਬਾਹਰ ਚਮਕੌਰ ਦੇ ਉਹ ਇਲਾਕੇ ਦਾ ਮੈਦਾਨ, ਜਿੱਥੇ ਹਜ਼ਾਰਾਂ ਲਾਸ਼ਾਂ ਪਈਆਂ ਹੋਈਆਂ ਨੇ, ਜਿੱਥੇ ਲੱਖਾਂ ਦੀ ਤਾਦਾਦ ਵਿੱਚ ਦੁਸ਼ਮਣ ਦਾ ਘੇਰਾ ਪਿਆ ਹੋਇਆ ਹੈ, ਜਿੱਥੇ ਪਤਾ ਨਹੀਂ ਕਿਹੜੇ ਕਿਹੜੇ ਜਾਨਵਰ ਉਹਨਾਂ ਲਾਸ਼ਾਂ ਨੂੰ ਖਾਣ ਵਾਲੇ ਫਿਰ ਰਹੇ ਨੇ। ਇੱਕ ਗੁਰਸਿੱਖ ਬੱਚੀ
ਜਿਸ ਦਾ ਇਤਿਹਾਸ ਵਿੱਚ ਕੁਝ ਵਿਦਵਾਨਾਂ ਨੇ ਨਾਂ ਬੀਬੀ ਹਰਸ਼ਰਨ ਕੌਰ ਲਿਖਿਆ, ਕੁਝ ਵਿਦਵਾਨਾਂ ਨੇ ਸ਼ਰਨ ਕੌਰ, ਕਿਉਂਕਿ ਇਹ ਵਿਦਵਾਨਾਂ ਦੇ ਵਿੱਚ ਕਰੀਬਨ ਵਿਚਾਰ ਚੱਲਦਾ ਰਿਹਾ, ਕਿਉਂਕਿ ਬੀਬੀ ਸ਼ਰਨ ਕੌਰ ਜੀ ਇੱਕ ਉਹ ਵੀ ਹੋਏ ਨੇ ਜਿਨ੍ਹਾਂ ਨੇ ਹਰੀ ਸਿੰਘ ਨਲੂਏ ਦੇ ਵਕਤ ਜਮਰੌਦ ਦੇ ਕਿਲੇ ਦੇ ਵਿੱਚ ਚਿੱਠੀ ਦਾ ਲੈਣ ਦੇਣ ਜਿਹੜਾ ਕਰਦੇ ਸਨ। ਖੈਰ, ਮੈਂ ਆਪਣੀ ਵਿਚਾਰ ਵੱਲ ਆਵਾਂ। ਉਸ ਬੱਚੀ ਨੂੰ ਪਤਾ ਹੈ ਕਿ ਦੁਸ਼ਮਣ ਦਾ ਘੇਰਾ ਹੈ, ਉਸ ਬੱਚੀ ਨੂੰ ਪਤਾ ਮੈਨੂੰ ਜਿਉਂਦਿਆਂ ਨਹੀਂ ਛੱਡਣਾ, ਦੁਸ਼ਮਣ ਨੇ ਜੇ ਪਕੜੀ ਗਈ ਕੋਹ ਕੇ ਮੈਨੂੰ ਮਾਰਨਗੇ। ਉਸ ਬੱਚੀ ਨੂੰ ਪਤਾ ਹੈ ਮੈਂ ਲਾਸ਼ਾਂ ਦੇ ਵਿੱਚ ਦੀ ਵਿਚਰਨਾ ਹੈ, ਕਿਤੇ ਮੁਰਦਾ ਸਰੀਰ ਪਿਆ ਹੋਵੇ ਨਾ, ਸਾਡਾ ਅੰਦਰ ਕੰਬ ਜਾਂਦਾ ਹੈ, ਉਹ ਮੁਰਦੇ ਨੂੰ ਹੱਥ ਨਾ ਲੱਗ ਜਾਵੇ, ਕਿਤੇ ਚੰਬੜ ਨਾ ਜਾਵੇ ਸਾਨੂੰ। ਉਹਨੂੰ ਪਤਾ ਮੈਂ ਮੁਰਦਿਆਂ ਦੀਆਂ ਲਾਸ਼ਾਂ ਨੂੰ ਤੈਅ ਕਰਕੇ ਚੱਲੀ ਆ। ਉਹਨੂੰ ਪਤਾ ਇੱਥੇ ਪਤਾ ਨਹੀਂ ਕਿਹੜੇ ਜਾਨਵਰ ਫਿਰ ਰਹੇ ਨੇ ਜਿਹੜੇ ਲਾਸ਼ਾਂ ਨੂੰ ਖਾ ਰਹੇ ਨੇ, ਆਪਣੀ ਭੁੱਖ ਮਿਟਾ ਰਹੇ ਨੇ ਜੰਗਲੀ ਜਾਨਵਰ। ਕਿੰਨਾ ਕੁ ਮੌਤ ਦੇ ਡਰ ਤੋਂ ਦੂਰ ਹੋਵੇਗੀ ਗੁਰਸਿੱਖ ਬੱਚੀ। ਉਹ ਬਿਲਕੁਲ ਦੁਸ਼ਮਣ ਦੇ ਨਾਲ ਇੱਕ ਹਿਸਾਬ ਨਾਲ ਟਾਕਰਾ ਲੈਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਹੱਥੀ ਸੰਸਕਾਰ ਕਰਨ ਲੱਗ ਪਈ ਹੈ। ਸਤਿਗੁਰੂ ਕਿਰਪਾ ਕਰਨ, ਫਿਰ ਦੁਹਰਾਵਾਂ, ਜਿਨ੍ਹਾਂ ਦੇ ਅੰਦਰੋਂ ਸਰੀਰਕ ਮੋਹ ਖਤਮ ਹੋ ਗਿਆ, ਦੇ ਅਧਿਆਸ ਖਤਮ ਹੋ ਗਿਆ ਹੈ, ਜਿਨ੍ਹਾਂ ਦੇ ਅੰਦਰੋਂ ਸਰੀਰਕ ਮੌਤ ਦਾ ਡਰ ਭੈ ਖਤਮ ਹੋ ਗਿਆ ਹੈ, ਕਦੇ ਸਰੀਰ ਦੀ ਮੌਤ ਉਹਨਾਂ ਨੂੰ ਭੈ ਭੀਤ ਨਹੀਂ ਜੇ ਕਰਦੀ। ਉਹ ਇੱਕੋ ਗੱਲ ਕਹਿਣਗੇ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿੱਧਕ ਨਾ ਜਾਵੇ, ਕਿਤੇ ਮੇਰੇ ਜੀਵਨ ਵਿੱਚੋਂ ਸਿੱਖੀ ਨਾ ਖਤਮ ਹੋ ਜਾਵੇ, ਮੇਰੇ ਜੀਵਨ ਵਿੱਚੋਂ ਗੁਰੂ ਦੇ ਉੱਪਰ ਜਿਹੜਾ ਭਰੋਸਾ ਹੈ ਭਰੋਸਾ ਨਾ ਟੁੱਟ ਜਾਵੇ, ਇਹ ਭਰੋਸਾ ਨਾ ਖਤਮ ਹੋ ਜਾਵੇ। ਸਰੀਰ ਲਿਖੇ ਲੱਗਦਾ ਲੱਗ ਜਾਵੇ, ਸਰੀਰ ਜਾਂਦਾ ਚਲੇ ਜਾਵੇ, ਪਰ ਮੇਰੀ ਜਿਹੜੀ ਗੁਰੂ ਦੇ ਨਾਲ ਸਾਂਝ ਬਣੀ ਹੋਈ ਹੈ ਕਿਤੇ ਇਹ ਨਾ ਖਤਮ ਹੋ ਜਾਵੇ। ਪਿਛਲੇ ਦਿਨੀ ਆਪਾਂ ਮਾਘੀ ਦਾ ਦਿਹਾੜਾ ਮਨਾਇਆ ਹੈ, ਉਹਨਾਂ ਗੁਰਸਿੱਖਾਂ ਦੀ ਯਾਦ ਦੇ ਵਿੱਚ ਜਿਹੜੇ ਗੁਰਸਿੱਖਾਂ ਨੇ ਮੁਕਤਸਰ ਦੇ ਵਿੱਚ ਜੰਗ ਲੜਦਿਆਂ ਸ਼ਹਾਦਤਾਂ ਦਿੱਤੀਆਂ ਨੇ। ਕਾਹਦੇ ਲਈ ਸ਼ਹੀਦ ਹੋਏ ਸੀ ਉਹ? ਗੁਰੂ ਸਾਹਿਬ ਜੀ ਨੂੰ ਦੱਸਿਆ ਵੀ ਨਹੀਂ, ਗੁਰੂ ਸਾਹਿਬ ਜੀ ਦੀ ਖਾਤਰ ਮੋਰਚੇ ਲਾ ਕੇ ਬੈਠੇ ਨੇ, ਗੁਰੂ ਜੀ ਕਿਤੇ ਦੂਰ ਚਲੇ ਜਾਣ, ਆਪਾਂ ਦੁਸ਼ਮਣ ਨੂੰ ਇੱਥੇ ਰੋਕ ਲਈਏ। ਕਾਹਦੇ ਲਈ ਉਹਨਾਂ ਨੇ ਛਾਤੀ ਵਿੱਚ ਤੀਰ ਖਾਧੇ ਸੀ? ਕਾਹਦੇ ਲਈ ਦੁਸ਼ਮਣ ਦੀਆਂ ਗੋਲੀਆਂ ਦੇ ਅੱਗੇ ਛਾਤੀਆਂ ਡਾਹੀਆਂ ਸਨ? ਕਾਹਦੇ ਲਈ ਸ਼ਹਾਦਤਾਂ ਉਹਨਾਂ ਨੇ ਦਿੱਤੀਆਂ ਸੀ? ਇਸੇ ਵਾਸਤੇ ਹੀ ਕਿਤੇ ਅਜਿਹਾ ਨਾ ਹੋਵੇ ਕਿ ਸਾਡਾ ਅੱਜ ਗੁਰੂ ਤੋਂ ਟੁੱਟਣ ਲੱਗੇ ਆ, ਇਹ ਨਾ ਹੋਵੇ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਗੁਰੂ ਤੋਂ ਟੁੱਟ ਜਾਣ। ਜੇ ਕਿਤੇ ਗੁਰੂ ਤੋਂ ਟੁੱਟ ਗਏ, ਆ ਸਾਡਾ ਜੀਵਨ ਵੀ ਮੁਰਦੇ ਤੋਂ ਬਦਤਰ ਹੋ ਜਾਵੇਗਾ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਜੀ ਦਾ ਸਿਰ ਗੋਦ ਵਿੱਚ ਰੱਖਿਆ ਸੀ, ਇਹੀ ਗੱਲ ਭਾਈ ਸਾਹਿਬ ਨੇ ਕਹੀ ਸੀ ਹੱਥ ਜੋੜ ਕੇ, ਸਤਿਗੁਰੂ ਮੈਨੂੰ ਸਰੀਰਕ ਜੀਵਨ ਨਹੀਂ ਚਾਹੀਦਾ, ਮੈਨੂੰ ਸਿੱਖੀ ਚਾਹੀਦੀ ਹੈ। ਗੁਰੂ ਜੀ ਮੈਨੂੰ ਦੁਨੀਆ ਦਾ ਰਾਜ ਭਾਗ ਜਾਂ ਸੁੱਖ ਨਹੀਂ ਚਾਹੀਦਾ, ਮੈਨੂੰ ਗੁਰੂ ਦੀ ਸਿੱਖੀ ਦਾ ਰਸ ਚਾਹੀਦਾ ਹੈ, ਗੁਰੂ ਦੀ ਸਿੱਖੀ ਦਾ ਆਨੰਦ ਚਾਹੀਦਾ ਹੈ। ਆ ਜਿਹੜਾ ਗਦਾਰ ਲੋਕ, ਸਿੱਖੀ ਤੋਂ ਗਿਰੇ ਹੋਏ ਲੋਕ ਬੇਦਾਵਾ ਲਿਖ ਕੇ ਦੇ ਗਏ ਨੇ, ਬੇਮੁਖ ਹੋ ਗਏ ਨੇ, ਕਿਰਪਾ ਕਰਕੇ ਬੇਦਾਵਾ ਪਾੜ ਦਿਓ, ਅੱਜ ਟੁੱਟੀ ਗੰਢ ਲਓ। ਸਿੱਖ ਸਿਰ ਦੇ ਕੇ ਵੀ ਟੁੱਟੀ ਗੰਢਾਉਂਦੇ ਨੇ ਗੁਰੂ ਦੇ ਨਾਲ, ਕਿਉਂਕਿ ਪਤਾ ਹੈ ਉਹਨਾਂ ਨੂੰ ਸਰੀਰਕ ਮੌਤ ਨਹੀਂ, ਜੇ ਸਿੱਖੀ ਸਾਡੇ ਜੀਵਨ ਚੋਂ ਖਤਮ ਹੋ ਗਈ ਤੇ ਸਿੱਖ ਦੀ ਮੌਤ ਹੈ। ਮੈਂ ਕਈ ਵਾਰ ਸੋਚਦਾ ਸਾਨੂੰ ਅਜੇ ਤੱਕ ਸਮਝ ਨਹੀਂ ਆਈ, ਜਿਹਦੀ ਸਿੱਖੀ ਖਤਮ ਹੋ ਜਾਂਦੀ ਹੈ ਉਸ ਸਿੱਖ ਦੀ ਮੌਤ ਹੋ ਜਾਂਦੀ ਹੈ। ਸਤਿਗੁਰੂ ਬਖਸ਼ਿਸ਼ ਕਰਨ, ਕਿਸੇ ਇਸ ਨੁਕਤੇ ਨੂੰ ਅਸੀਂ ਆਪਣੇ ਜੀਵਨ ਵਿੱਚ ਲੈ ਕੇ ਆਈਏ, ਸਾਡੇ ਜੀਵਨ ਵਿੱਚ ਵੀ ਸਿੱਖੀ ਦਾ ਦੀਪਕ ਜਗੇ, ਸਿੱਖੀ ਦੀ ਮਹਿਕ, ਸਿੱਖੀ ਦੇ ਗੁਣ ਸਾਡੇ ਜੀਵਨ ਦੇ ਵਿੱਚੋਂ ਪ੍ਰਗਟ ਹੋਣ, ਦੇਖਣ ਵਾਲਾ ਵੀ ਸਾਡੇ ਜੀਵਨ ਨੂੰ ਦੇਖ ਕੇ ਪ੍ਰਭਾਵਿਤ ਹੋਵੇ। ਕਿਉਂਕਿ ਗੁਰਸਿੱਖ ਦਾ ਜੀਵਨ ਹੈ ਕਿ ਗੁਰਮੁਖ ਗਾਡੀ ਰਾਹ ਚੱਲੰਦਾ, ਉਹਦੇ ਜੀਵਨ ਦੀ ਗੱਡੀ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੀ ਹੈ। ਗੁਰਸਿੱਖ ਦੀ ਨਿੱਤ ਦੀ ਕਿਰਿਆ ਹੀ ਹੈ ਕਿ ਉਹਦਾ ਜੀਵਨ ਰੋਜ਼ਾਨਾ ਗੁਰੂ ਦੇ ਦਰਸਾਏ ਮਾਰਗ ਤੇ ਚੱਲਦਾ ਹੈ। ਸਤਿਗੁਰੂ ਬਖਸ਼ਿਸ਼ ਕਰਨ, ਗੁਰਸਿੱਖ ਦੀ ਨਿੱਤ ਦੀ ਕਿਰਿਆ ਕੀ ਹੈ? ਗੁਰਸਿੱਖ ਦਾ ਰੋਜ਼ਾਨਾ ਦਾ ਜੀਵਨ ਕੀ ਹੈ? ਕਿਹੜੇ ਤਰੀਕੇ ਨਾਲ ਉਹਨੇ ਆਪਣਾ ਦਿਨ ਬਤੀਤ ਕਰਨਾ ਹੈ? ਭਾਈ ਗੁਰਦਾਸ ਜੀ ਦੀ ਰਚਨਾ ਦੇ ਵਿੱਚੋਂ ਮੈਂ ਇੱਕ ਪੌੜੀ ਆਪ ਜੀ ਨਾਲ ਸਾਂਝੀ ਕਰਾਂਗਾ। ਜਿਵੇਂ ਜਿਵੇਂ ਮੈਂ ਭਾਈ ਗੁਰਦਾਸ ਜੀ ਦੀ ਉਸ ਪੌੜੀ ਨੂੰ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗਾ, ਆਪਾਂ ਸਭਨਾਂ ਨੇ ਆਪਣੇ ਜੀਵਨ ਵਿੱਚ ਝਾਤ ਮਾਰ ਕੇ ਦੇਖਣੀ ਸਾਡੀ ਇਹ ਨਿੱਤ ਦੀ ਕਿਰਿਆ ਹੈ। ਜੇ ਤੇ ਹੈ ਗੁਰੂ ਦੇ ਮਾਰਗ ਤੇ ਚੱਲ ਰਹੇ ਹਾਂ ਫਿਰ ਤੇ ਸਿੱਖੀ ਹੈ। ਜੇ ਸਾਡੀ ਨਿੱਤ ਦੀ ਕਿਰਿਆ ਨਹੀਂ ਹੈ ਨਾ, ਇਸ ਤਰੀਕੇ ਨਾਲ ਜੀਵਨ ਸਾਡਾ ਘੜਿਆ ਹੋਇਆ ਨਹੀਂ, ਇਹਦਾ ਮਤਲਬ ਅਸੀਂ ਗੁਰੂ ਦੀ ਸਿੱਖੀ ਤੋਂ ਟੁੱਟੇ ਹੋਏ, ਸਾਡੇ ਜੀਵਨ ਵਿੱਚੋਂ ਸਿੱਖੀ ਦੀ ਮੌਤ ਹੋ ਚੁੱਕੀ ਹੈ। ਸਤਿਗੁਰੂ ਬਖਸ਼ਿਸ਼ ਕਰਨ,
ਭਾਈ ਸਾਹਿਬ ਜੀ ਕਹਿੰਦੇ ਨੇ, ਗੁਰ ਸਿੱਖ ਭਲਕੇ ਉੱਠ ਕਰ, ਭਲਕੇ ਆਉਣ ਵਾਲਾ ਰੋਜ਼, ਜਿਹਨੂੰ ਆਪਾਂ ਕਹਿੰਦੇ ਨੇ ਕੱਲ। ਆਪਾਂ ਅਕਸਰ ਕਹਿ ਦਿੰਦੇ ਆ ਅੱਜ ਕੰਮ ਇੱਥੇ ਬੰਦ ਕਰ ਦਈਏ ਤੇ ਭਲਕੇ ਕਰਾਂਗੇ। ਇਹ ਮਾਝੇ ਦੇ ਇਲਾਕੇ ਵਿੱਚ ਖਾਸ ਕਰਕੇ ਸ਼ਬਦ ਵਰਤਿਆ ਜਾਂਦਾ ਹੈ, ਭਲਕੇ ਆਉਣ ਵਾਲਾ ਰੋਜ਼। ਆਪਾਂ ਬਚਨ ਪੜ੍ਹਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਦੇ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਭਾਈ ਸਾਹਿਬ ਜੀ ਕਹਿੰਦੇ ਨੇ, ਗੁਰ ਸਿੱਖ ਭਲਕੇ ਉੱਠ ਕਰ। ਗੁਰਸਿੱਖ ਹਰ ਰੋਜ਼ ਸਵੇਰੇ ਉੱਠਦਾ ਹੈ। ਕੀ ਕਰਦਾ ਉੱਠ ਕੇ? ਅੰਮ੍ਰਿਤ ਵੇਲੇ ਸਰ ਨਵੰਦਾ। ਅੰਮ੍ਰਿਤ ਵੇਲੇ ਗੁਰਬਾਣੀ ਦੇ ਵਿੱਚ ਅੰਮ੍ਰਿਤ ਵੇਲੇ ਦਾ ਅਰਥ ਹੈ ਇਹ ਮਨੁੱਖਾ ਜੀਵਨ। ਗੁਰਬਾਣੀ ਦੇ ਮੁਤਾਬਕ ਅੰਮ੍ਰਿਤ ਵੇਲੇ ਦਾ ਅਰਥ ਹੈ ਉਹ ਵਕਤ ਜਿਹੜਾ ਵਕਤ ਵਾਹਿਗੁਰੂ ਪਰਮਾਤਮਾ ਦੀ ਯਾਦ ਦੇ ਵਿੱਚ ਬਤੀਤ ਹੁੰਦਾ ਹੈ। ਇੱਥੇ ਭਾਈ ਗੁਰਦਾਸ ਜੀ ਨੇ ਅੰਮ੍ਰਿਤ ਵੇਲੇ ਦਾ ਅਰਥ ਕੀਤਾ ਹੈ ਉਹ ਤੜਕੇ ਦਾ ਵਕਤ, ਜਿਹਨੂੰ ਅਸੀਂ ਅਕਸਰ ਹੀ ਆਪਣੀ ਪ੍ਰਚਲਿਤ ਸ਼ਬਦਾਵਲੀ ਦੇ ਵਿੱਚ ਅੰਮ੍ਰਿਤ ਵੇਲਾ ਕਹਿ ਦਿੰਦੇ ਹਾਂ। ਉਹ ਵਕਤ ਤੜਕੇ ਉੱਠਣਾ। ਜਿਵੇਂ ਭਾਈ ਸਾਹਿਬ ਜੀ ਕਹਿੰਦੇ, ਕਿਹੜਾ ਵਕਤ? ਕੁਰਬਾਨੀ ਤਿੰਨਾ ਗੁਰਸਿੱਖਾਂ, ਪਿਛਲ ਰਾਤੀ ਉੱਠ ਬਹੰਦੇ। ਜਿਹੜੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਆਪਣੇ ਮਾਲਕ ਦੀ ਯਾਦ ਵਿੱਚ ਜੁੜਦੇ ਨੇ, ਉਹ ਵਕਤ। ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖ ਕੌਣ ਹੈ? ਜਿਹੜਾ ਹਰ ਰੋਜ਼ ਸਵੇਰੇ ਉੱਠਦਾ ਹੈ। ਸਰ ਦਾ ਅਰਥ ਹੈ ਸਰੋਵਰ, ਪਾਣੀ ਦਾ। ਇੱਥੇ ਅਰਥ ਕਰਾਂਗੇ ਆਪਾਂ ਉਹਦਾ ਪਾਣੀ। ਜਿਹੜਾ ਹਰ ਰੋਜ਼ ਸਵੇਰੇ ਉੱਠਦਾ ਹੈ, ਉੱਠ ਕੇ ਪਾਣੀ ਦੇ ਨਾਲ ਜਲ ਦੇ ਨਾਲ ਇਸ਼ਨਾਨ ਕਰਦਾ ਹੈ, ਮੇਰੀ ਦਲਿੱਦਰਤਾ ਦੂਰ ਹੋਵੇ, ਮੇਰਾ ਆਲਸਪੁਣਾ ਦੂਰ ਹੋਵੇ, ਸੁਚੇਤ ਹੋ ਜਾਵੇ ਸਰੀਰ, ਤਾਂ ਕਿ ਵਾਹਿਗੁਰੂ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਹੈ। ਮੈਂ ਅੱਜ ਦਿਨ ਦਾ ਆਰੰਭ ਕਰਨ ਲੱਗਿਆ ਵਾਂ, ਇਹ ਨਾ ਹੋਵੇ ਮੇਰਾ ਸਾਰਾ ਦਿਨ ਦਲਿੱਦਰਤਾ ਤੇ ਆਲਸਪੁਣੇ ਦੇ ਵਿੱਚ ਹੀ ਬਤੀਤ ਹੋਵੇ। ਸੁਚੇਤ ਹੋਵੇ, ਦਲਿੱਦਰਤਾ ਨਹੀਂ ਆਉਣੀ ਚਾਹੀਦੀ। ਕਈ ਵਾਰ ਫੜਿਆ ਹੱਥ ਵਿੱਚ ਗੁਰਬਾਣੀ ਦਾ ਗੁਟਕਾ ਹੁੰਦਾ ਤੇ ਬਾਸੀਆਂ ਆਉਂਦੀਆਂ ਨੇ, ਸਾਨੂੰ ਝੋਕਾ ਮਾਰ ਰਹੇ ਹੁੰਦੇ ਨੀਂਦ ਉਨੀਂਦਰੇ ਦੇ ਵਿੱਚ। ਇਹਦਾ ਮਤਲਬ ਹੈ ਸਰੀਰ ਸੁਚੇਤ ਨਹੀਂ ਹੈ, ਸਾਵਧਾਨ ਨਹੀਂ ਹੈ। ਪਿਆਰਿਓ, ਸੰਸਾਰਕ ਕੋਈ ਕਾਰ ਵਿਹਾਰ ਕਰਨਾ ਹੋਵੇ ਤੇ ਬੜੇ ਸਤਰਕ ਹੋ ਕੇ ਕਰਦੇ ਆ। ਜਦੋਂ ਗੁਰੂ ਦੀ ਯਾਦ ਵਿੱਚ ਜੁੜਨਾ, ਗੁਰੂ ਦੀ ਬਾਣੀ ਪੜ੍ਹਨੀ ਹੈ, ਸੇਵਾ ਕਰਨੀ, ਉਦੋਂ ਆਲਸਪੁਣੇ ਵਿੱਚ ਡੁੱਬ ਜਾਂਦੇ ਆ। ਇਹੀ ਕਾਰਨ ਹੈ ਸਵੇਰੇ ਉੱਠ ਕੇ ਬਚਨ ਕੀਤਾ ਕਿ ਇਸ਼ਨਾਨ ਕਰਨਾ ਜ਼ਰੂਰੀ ਹੈ। ਇਸ ਲਈ ਇਸ਼ਨਾਨ ਨੂੰ ਅੰਗ ਬਣਾਇਆ ਹੈ ਨਿਤ ਦੀ ਕਿਰਿਆ ਦੇ ਵਿੱਚ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਚੌਥਾ ਪਹਿਰ ਸੁਬਾ ਕੈ, ਸਵੇਰ ਦਾ ਚੌਥਾ ਪਹਿਰ ਤੜਕੇ ਦਾ। ਸੁਰਤਿਆਂ ਉਪਜੈ ਚਾਉ, ਜਿਹੜੇ ਸੁਰਤੇ ਜਿਹੜੇ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਉਹਨਾਂ ਦੇ ਅੰਦਰ ਚਾਹ ਪੈਦਾ ਹੁੰਦਾ ਹੈ, ਉਹ ਮਾਹ ਪੈਦਾ ਹੁੰਦਾ ਹੈ। ਉਹਨਾਂ ਨੂੰ ਖੁਸ਼ੀ ਹੁੰਦੀ ਹੈ, ਮਾਲਕ ਨੇ ਬਖਸ਼ਿਸ਼ ਕੀਤੀ ਹੈ, ਅੱਜ ਮੈਨੂੰ ਅੰਮ੍ਰਿਤ ਵੇਲੇ ਉਠਾਇਆ ਹੈ, ਮੈਂ ਉੱਠ ਕੇ ਇਸ਼ਨਾਨ ਕਰਾਂ ਤੇ ਆਪਣੇ ਵਾਹਿਗੁਰੂ ਪਰਮਾਤਮਾ ਦੀ ਯਾਦ ਵਿੱਚ ਜੁੜਾਂ। ਜਿਨ੍ਹਾਂ ਦੇ ਅੰਦਰ ਮਾਲਕ ਦੇ ਪ੍ਰਤੀ ਪਿਆਰ ਹੈ, ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਦੇ ਸਿਧਾਂਤ